हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਦੇ ਮਾਸਟਰ ਕੇਡਰ ਹਿਸਟਰੀ ਲੈਕਚਰ 7ਵਾਂ ਨਵਾਂ ਟੌਪਿਕ ਹੈ ਜੀ ਪੇਂਡੂ ਜੀਵਨ ਅਤੇ ਸਮਾਜ, ਰੂਰਲ ਲਾਈਫ ਅਤੇ ਸੁਸਾਇਟੀ। ਸੋ ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਜਾਂ ਫਿਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਸਾਰੇ ਲਿੰਕ ਮਿਲ ਜਾਣਗੇ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਤਾਂ ਤੁਹਾਨੂੰ ਹਰ ਰੋਜ਼ ਨਵੇਂ ਲੈਕਚਰ ਦੀ ਵੀਡੀਓ ਦੀ ਅਪਡੇਟ ਇਨਫੋਰਮੇਸ਼ਨ ਹੈ ਜਿਹੜੀ ਉਹ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਲੈਕਚਰ 7। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਬਰਤਾਨਵੀ ਕਾਲ ਦੇ ਵਿੱਚ ਖੇਤੀਬਾੜੀ ਪ੍ਰਣਾਲੀਆਂ ਦੇ ਵਿੱਚ ਸੁਧਾਰ ਦੀ। ਈਸਟ ਇੰਡੀਆ ਕੰਪਨੀ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਲਗਾਨ ਇਕੱਠਾ ਕਰਨਾ ਸੀਗਾ। 1765 ਈਸਵੀ ਵਿੱਚ ਜਦੋਂ ਅੰਗਰੇਜ਼ੀ ਕੰਪਨੀ ਨੇ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਪ੍ਰਾਪਤ ਕੀਤੀ ਤਾਂ ਭੂਮੀ ਕਰ ਇਕੱਠਾ ਕਰਨ ਦਾ ਕੰਮ ਸੀ ਜਿਹੜਾ ਉਹ ਦੇਸੀ ਆਮਿਲਾਂ ਕੋਲ ਹੀ ਰਹਿਣ ਦਿੱਤਾ ਸੀਗਾ। ਲਾਰਡ ਵਾਰਨ ਹੇਸਟਿੰਗਸ ਨੇ ਭੂਮੀ ਕਰ ਇਕੱਠਾ ਕਰਨ ਲਈ 1772 ਦੇ ਵਿੱਚ 5 ਸਾਲਾ ਠੇਕੇ ਦੀ ਵਿਵਸਥਾ ਕੀਤੀ ਸੀ ਅਤੇ 1777 ਈਸਵੀ ਵਿੱਚ ਉਸਨੇ 5 ਸਾਲਾ ਠੇਕੇ ਦੀ ਥਾਂ 'ਤੇ 1 ਸਾਲਾ ਠੇਕੇ ਦੀ ਵਿਵਸਥਾ ਜਾਰੀ ਕਰ ਦਿੱਤੀ ਸੀ। ਅਗਲਾ ਪੁਆਇੰਟ ਹੈ ਸਥਾਈ ਬੰਦੋਬਸਤ। 1793 ਈਸਵੀ ਵਿੱਚ ਲਾਰਡ ਕਾਰਨਵਾਲਿਸ ਨੇ 1 ਸਾਲਾ ਠੇਕੇ ਦੀ ਵਿਵਸਥਾ ਨੂੰ ਦੋਸ਼ਪੂਰਨ ਮੰਨਦੇ ਹੋਏ ਬੰਗਾਲ ਵਿੱਚ ਸਥਾਈ ਬੰਦੋਬਸਤ ਦੀ ਸਥਾਪਨਾ ਕੀਤੀ। ਬਾਅਦ ਵਿੱਚ ਇਹ ਪ੍ਰਬੰਧ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿੱਚ ਵੀ ਲਾਗੂ ਕਰ ਦਿੱਤਾ ਗਿਆ। ਇਸ ਪ੍ਰਬੰਧ ਅਨੁਸਾਰ ਜ਼ਿਮੀਂਦਾਰਾਂ ਨੂੰ ਜ਼ਮੀਨ ਦੇ ਮਾਲਕ ਮੰਨ ਲਿਆ ਗਿਆ। ਜ਼ਿਮੀਂਦਾਰਾਂ ਵੱਲੋਂ ਕੰਪਨੀ ਨੂੰ ਨਿਸ਼ਚਿਤ ਰਕਮ ਲਗਾਨ ਦੇ ਰੂਪ ਵਿੱਚ ਦੇਣੀ ਪੈਂਦੀ ਸੀ। ਕੰਪਨੀ ਜ਼ਿਮੀਂਦਾਰਾਂ ਦੇ ਆਪਸੀ ਮਾਮਲਿਆਂ ਵਿੱਚ ਕੋਈ ਦਖਲ ਨਹੀਂ ਦੇਵੇਗੀ। ਜੇਕਰ ਜ਼ਿਮੀਂਦਾਰ ਕੰਪਨੀ ਨੂੰ ਨਿਸ਼ਚਿਤ ਲਗਾਨ ਅਦਾ ਕਰਨ ਤੋਂ ਸਮਰੱਥ ਰਹੇ ਤਾਂ ਕੰਪਨੀ ਉਸ ਦੀ ਜ਼ਮੀਨ ਵੇਚ ਕੇ ਆਪਣੀ ਰਕਮ ਪੂਰੀ ਕਰੇਗੀ। ਅਗਲਾ ਪੁਆਇੰਟ ਹੈ ਇਹ ਪ੍ਰਬੰਧ ਭਾਵੇਂ ਕੰਪਨੀ ਲਈ ਲਾਹੇਵੰਦ ਰਿਹਾ, ਪਰੰਤੂ ਇਸ ਨਾਲ ਕਿਸਾਨਾਂ ਦੀ ਦਸ਼ਾ ਬਹੁਤ ਵਿਗੜ ਗਈ। ਜ਼ਿਮੀਂਦਾਰ ਕਿਸਾਨਾਂ 'ਤੇ ਅਤਿਆਚਾਰ ਹੋਣ ਲੱਗ ਪਿਆ ਸੀਗਾ। ਅਗਲਾ ਪੁਆਇੰਟ ਹੈ ਰਈਅਤਵਾੜੀ ਵਿਵਸਥਾ। 1620 ਈਸਵੀ ਵਿੱਚ ਥਾਮਸ ਮੁਨਰੋ ਅਤੇ ਕੈਪਟਨ ਰੀਡ ਨੇ ਤਾਮਿਲਨਾਡੂ, ਮਦਰਾਸ ਅਤੇ ਮੁੰਬਈ ਦੀਆਂ ਪ੍ਰੈਜ਼ੀਡੈਂਸੀਆਂ ਵਿੱਚ ਰਈਅਤਵਾੜੀ ਵਿਵਸਥਾ ਲਾਗੂ ਕੀਤੀ ਸੀ। ਤਾਂ ਇਸ 'ਤੇ ਪ੍ਰਸ਼ਨ ਪੁੱਛਿਆ ਜਾ ਸਕਦਾ ਕਿ ਰਈਅਤਵਾੜੀ ਵਿਵਸਥਾ ਕੀ ਸੀ ਜਾਂ ਇਸ ਨੂੰ ਕਿਸ ਨੇ ਲਾਗੂ ਕੀਤਾ ਸੀ। ਤਾਂ ਥਾਮਸ ਮੁਨਰੋ ਅਤੇ ਕੈਪਟਨ ਰੀਡ ਨੇ ਤਾਮਿਲਨਾਡੂ, ਮਦਰਾਸ, ਮੁੰਬਈ ਦੀਆਂ ਪ੍ਰੈਜ਼ੀਡੈਂਸੀਆਂ ਵਿੱਚ ਇਹ ਵਿਵਸਥਾ ਲਾਗੂ ਕੀਤੀ ਸੀ ਅਤੇ ਬਾਅਦ ਵਿੱਚ ਇਹ ਵਿਵਸਥਾ ਮਹਾਰਾਸ਼ਟਰ, ਪੂਰਬੀ ਬੰਗਾਲ, ਅਸਾਮ ਦੇ ਕੁਝ ਹਿੱਸਿਆਂ ਅਤੇ ਕਰਨਾਟਕ ਦਾ ਕੁਝ ਹਿੱਸਾ ਵਿੱਚ ਲਾਗੂ ਕੀਤੀ ਸੀ। ਇਸ ਵਿਵਸਥਾ ਅਨੁਸਾਰ ਬੰਦੋਬਸਤ ਜ਼ਿਮੀਂਦਾਰਾਂ ਦੀ ਬਜਾਏ ਕਿਸਾਨਾਂ ਨਾਲ ਕੀਤਾ ਜਾਂਦਾ ਸੀ। ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਹੈ ਜਿਹੜੇ ਉਹ ਮੰਨ ਲਿਆ ਗਿਆ ਸੀਗਾ। ਇਸ ਵਿਵਸਥਾ ਅਧੀਨ ਕੰਪਨੀ ਜ਼ਿਮੀਂਦਾਰਾਂ ਦੀ ਬਜਾਏ ਕਿਸਾਨਾਂ ਦਾ ਸ਼ੋਸ਼ਣ ਕਰਦੀ ਸੀ। ਗਰੀਬ ਕਿਸਾਨਾਂ ਨੂੰ ਕਈ ਵਾਰ ਲਗਾਨ ਅਦਾ ਕਰਨ ਲਈ ਸ਼ਾਹੂਕਾਰਾਂ ਤੋਂ ਕਰਜ਼ਾ ਲੈਣਾ ਪੈਂਦਾ ਸੀ, ਜਿਸ ਕਰਕੇ ਗਰੀਬ ਕਿਸਾਨ ਕਰਜ਼ਈ ਹੋ ਗਏ ਸੀਗੇ। ਤਾਂ ਅਗਲੀ ਆਉਂਦੀ ਹੈ ਜੀ ਮਹਿਲਵਾੜੀ ਵਿਵਸਥਾ। ਉੱਤਰ ਪੱਛਮੀ ਪ੍ਰਾਂਤ, ਗੰਗਾ ਘਾਟੀ ਦੇ ਪ੍ਰਦੇਸ਼ਾਂ, ਮੱਧ ਭਾਰਤ, ਪੰਜਾਬ ਤੇ ਯੂਪੀ ਵਿੱਚ ਮਹਿਲਵਾੜੀ ਵਿਵਸਥਾ ਲਾਗੂ ਕੀਤੀ ਗਈ। ਇਸ ਪ੍ਰਬੰਧ ਅਨੁਸਾਰ ਬੰਦੋਬਸਤ ਮਹਿਲ ਜਾਂ ਪਿੰਡ ਦੇ ਪ੍ਰਤੀਨਿਧਾਂ ਨਾਲ ਸਮੂਹਕ ਰੂਪ ਵਿੱਚ ਕੀਤਾ ਜਾਂਦਾ ਸੀ। ਇਸ ਅਨੁਸਾਰ ਸਰਕਾਰ ਨੂੰ ਲਗਾਨ ਦੇਣ ਦੀ ਜ਼ਿੰਮੇਵਾਰੀ ਸਮੁੱਚੇ ਭਾਈਚਾਰੇ ਦੀ ਹੁੰਦੀ ਸੀ। ਤਾਂ ਸਾਰੀਆਂ ਇਹ ਵਿਵਸਥਾਵਾਂ ਨੇ ਉਸ ਸਮੇਂ ਦੀਆਂ, ਇਹਨਾਂ ਦੇ ਆਧਾਰ 'ਤੇ ਪ੍ਰਸ਼ਨ ਪੁੱਛੇ ਜਾਂਦੇ ਹੈ। ਅਗਲਾ ਪੁਆਇੰਟ ਹੈ ਜੀ ਖੇਤੀ ਦਾ ਵਣਜੀਕਰਨ ਅਤੇ ਪੇਂਡੂ ਰਿਣ ਗ੍ਰਸਤਤਾ। ਤਾਂ ਇਹਦੇ ਵਿੱਚ ਕੀ ਸੀਗਾ, ਭਾਰਤ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਸ ਦੀ ਪਰੰਪਰਾਗਤ ਅਰਥ ਵਿਵਸਥਾ ਪਹਿਲਾਂ ਤੋਂ ਯਾਨੀ ਕਿ ਸਦੀਆਂ ਤੋਂ ਚੱਲੀ ਆ ਰਹੀ ਸੀ। ਲੋਕਾਂ ਦੀ ਬਹੁ ਗਿਣਤੀ ਪਿੰਡਾਂ ਵਿੱਚ ਰਹਿੰਦੀ ਸੀ। ਪਿੰਡ ਆਤਮ ਨਿਰਭਰ ਸਨ, ਪਰੰਤੂ ਅੰਗਰੇਜ਼ਾਂ ਦੇ ਆਉਣ ਨਾਲ ਕਿਸਾਨ ਹੁਣ ਪਿੰਡ ਦੀਆਂ ਲੋੜਾਂ ਲਈ ਨਹੀਂ ਸਗੋਂ ਮੰਡੀ ਵਿੱਚ ਵੇਚਣ ਲਈ ਅਨਾਜ ਪੈਦਾ ਕਰਦੇ ਸਨ ਤਾਂ ਕਿ ਉਹ ਵੱਧ ਤੋਂ ਵੱਧ ਧਨ ਕਮਾ ਸਕਣ। ਇਸ ਤਰ੍ਹਾਂ ਪਿੰਡਾਂ ਵਿੱਚ ਖੇਤੀ ਦਾ ਵਣਜੀਕਰਨ ਆਰੰਭ ਹੋ ਗਿਆ ਸੀ।
ਕਿਸਾਨ ਹੁਣ ਵਪਾਰਕ ਫਸਲਾਂ ਜਿਵੇਂ ਕਪਾਹ, ਪਟਸਨ, ਕਣਕ, ਗੰਨਾ, ਨੀਲ, ਚਾਵਲ, ਚਾਹ, ਕੌਫੀ, ਰਬੜ, ਤੇਲ ਦੇ ਬੀਜ ਆਦਿ ਉਗਾਉਣ ਲੱਗ ਪਏ ਸੀ ਅਤੇ ਇਹਨਾਂ ਨੂੰ ਸ਼ਹਿਰਾਂ ਦੇ ਵਿੱਚ ਵੇਚਦੇ ਸੀ ਅਤੇ ਧਨ ਕਮਾਉਂਦੇ ਸੀਗੇ। ਤਾਂ ਯਾਨੀ ਕਿ ਪਿੰਡ ਲੈਵਲ ਤੋਂ ਉੱਪਰ ਉੱਠ ਚੁੱਕੇ ਸੀਗੇ। ਪਿੰਡ ਦੇ ਬਹੁਤੇ ਕਿਸਾਨਾਂ ਦੀ ਆਰਥਿਕ ਹਾਲਤ ਵਿਗੜ ਗਈ ਸੀ। ਕੰਪਨੀ ਦੁਆਰਾ ਪ੍ਰਚਲਿਤ ਲਗਾਨ ਵਿਵਸਥਾ ਕਾਰਨ ਕਿਸਾਨਾਂ 'ਤੇ ਜ਼ੁਲਮ ਹੋਣ ਲੱਗ ਗਏ ਸੀ। ਲਗਾਨ ਵਸੂਲਣ ਦੇ ਢੰਗ ਵਿੱਚ ਬਹੁਤ ਕਠੋਰ ਸਨ। ਸਾਹੂਕਾਰ ਸੀ ਜਿਹੜੇ ਉਹ ਕਿਸਾਨਾਂ ਦਾ ਸ਼ੋਸ਼ਣ ਕਰਦੇ ਸੀਗੇ। ਅਕਾਲ ਅਤੇ ਸੋਕਾ ਆਦਿ ਆਫਤਾਂ ਸਮੇਂ ਕਿਸਾਨਾਂ ਦੀ ਹਾਲਤ ਸੀ ਜਿਹੜੀ ਉਹ ਤਰਸਯੋਗ ਬਣ ਗਈ ਸੀ। ਤਾਂ ਅੱਗੇ ਅਸੀਂ ਸਟਾਰਟ ਕਰਾਂਗੇ ਜੀ ਜਿਓਗ੍ਰਾਫੀ, ਜੋ SST ਦੇ ਵਿੱਚ ਆਉਂਦੀ ਹੈਗੀ। ਤਾਂ ਇਹ ਹਿਸਟਰੀ ਸੀ। ਤਾਂ ਪਹਿਲਾ ਇਹਦਾ ਪੁਆਇੰਟ ਹੈ ਭੂਗੋਲ ਦੀ ਪਰਿਭਾਸ਼ਾ ਅਤੇ ਅੰਗ। ਤਾਂ ਇਹ ਐਕਸਪਲੇਨ ਕਰਾਂਗੇ ਅਸੀਂ ਤੁਹਾਡੇ ਨਾਲ। ਭੂਗੋਲ ਵਿਸ਼ੇ ਦੇ ਰੂਪ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਭੂਗੋਲ ਨੂੰ ਹੈ ਜਿਹੜਾ ਉਹ ਜਿਓਗ੍ਰਾਫੀ ਕਹਿੰਦੇ ਨੇ। ਜਿਓਗ੍ਰਾਫੀ ਹੈ ਜਿਹੜਾ ਉਹ ਯੂਨਾਨੀ ਸ਼ਬਦ ਹੈ ਜੋ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ, ਜੀਓ ਅਤੇ ਗ੍ਰਾਫੀ, ਜਿਸ ਵਿੱਚ ਜੀਓ ਦਾ ਅਰਥ ਹੈ ਧਰਤੀ ਅਤੇ ਗ੍ਰਾਫੀ ਦਾ ਅਰਥ ਹੈ ਵਰਣਨ ਕਰਨਾ, ਭਾਵ ਧਰਤੀ ਦਾ ਵਰਣਨ। ਇਹ ਜਿਓਗ੍ਰਾਫੀ ਦਾ ਅਰਥ ਹੈ। ਭੂਗੋਲ ਵਿੱਚ ਕੇਵਲ ਧਰਤੀ ਦਾ ਵਰਣਨ ਹੀ ਨਹੀਂ ਕੀਤਾ ਜਾਂਦਾ, ਹੋਰ ਕਈ ਗੱਲਾਂ ਦਾ ਅਧਿਐਨ ਕੀਤਾ ਜਾਂਦਾ ਹੈ ਜਿਸ ਦਾ ਸਿੱਧੇ ਅਤੇ ਅਸਿੱਧੇ ਰੂਪ ਦੇ ਵਿੱਚ ਮਨੁੱਖੀ ਜੀਵਨ ਨਾਲ ਸੰਬੰਧ ਹੁੰਦਾ ਹੈ। ਸਭ ਤੋਂ ਪਹਿਲਾਂ ਪ੍ਰਾਚੀਨ ਯੂਨਾਨੀ ਵਿਦਵਾਨ ਅਰੈਟੋਸਥਨੀਜ਼ ਨੇ ਭੂਗੋਲ ਨੂੰ ਧਰਾਤਲ ਦੇ ਇੱਕ ਵਿਸ਼ੇਸ਼ ਵਿਗਿਆਨ ਦੇ ਰੂਪ ਵਿੱਚ ਮਾਨਤਾ ਦਿੱਤੀ ਸੀ। ਭੂਗੋਲ ਦੇ ਦੋ ਅੰਗ ਹਨ, ਭੌਤਿਕ ਭੂਗੋਲ ਅਤੇ ਮਾਨਵ ਭੂਗੋਲ। ਭੌਤਿਕ ਭੂਗੋਲ ਦੇ ਅੰਤਰਗਤ ਉਹਨਾਂ ਪੱਖਾਂ ਦਾ ਅਧਿਐਨ ਕੀਤਾ ਜਾਂਦਾ ਹੈ ਜਿਹੜੇ ਕੁਦਰਤੀ ਹਨ, ਜਦੋਂ ਕਿ ਮਾਨਵ ਦੇ ਅੰਤਰਗਤ ਭੂਗੋਲ ਦੇ ਮਨੁੱਖੀ ਜਾਂ ਮਨੁੱਖੀ ਲੱਛਣਾਂ ਦਾ ਅਧਿਐਨ ਕੀਤਾ ਜਾਂਦਾ ਹੈ। ਅੱਗੇ ਗੱਲ ਕਰਾਂਗੇ ਭੌਤਿਕ ਭੂਗੋਲ ਦੀ। ਭੂਗੋਲ ਦੀ ਸਭ ਤੋਂ ਪ੍ਰਾਚੀਨ ਅਤੇ ਪਾਰੰਪਰਿਕ ਸ਼ਾਖਾ ਹੈ। ਇਸ ਵਿੱਚ ਸੌਰ ਮੰਡਲ ਦੀ ਉਤਪੱਤੀ, ਤਾਰੇ, ਸੂਰਜ, ਚੰਦਰਮਾ, ਧਰਤੀ ਦੀ ਸੰਰਚਨਾ, ਚਟਾਨਾਂ, ਭੂ ਆਕ੍ਰਿਤੀਆਂ, ਇਹਨਾਂ ਨੂੰ ਉਤਪੰਨ ਅਤੇ ਪ੍ਰਭਾਵਿਤ ਕਰਨ ਵਾਲੇ ਬਲ, ਵਾਯੂਮੰਡਲ ਦੀ ਸੰਰਚਨਾ, ਉਸ ਦੀਆਂ ਦਿਸ਼ਾਵਾਂ, ਮੌਸਮ ਪਰਿਵਰਤਨ, ਜਲਵਾਯੂ, ਮਹਾਸਾਗਰੀ ਤਲ ਸੰਰਚਨਾ, ਜਲ ਧਾਰਾਵਾਂ, ਖਾਰਾਪਨ, ਜਵਾਰ ਭਾਟਾ, ਮਿੱਟੀ, ਬਨਸਪਤੀ, ਪਸ਼ੂ ਮਨੁੱਖੀ ਸਿਹਤ, ਰੋਗ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ। ਸੁਵਿਧਾ ਦੇ ਲਈ ਇਹਨਾਂ ਨੂੰ ਅਲੱਗ-ਅਲੱਗ ਉਪ ਸ਼ਾਖਾਵਾਂ ਦੇ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਦਾ ਉੱਚ ਪੱਧਰ ਉੱਤੇ ਵਿਸ਼ੇਸ਼ ਅਧਿਐਨ ਕੀਤਾ ਜਾਂਦਾ ਹੈ। ਅੱਗੇ ਭੂ-ਗਣਿਤ ਆਉਂਦੀ ਹੈ ਜੀ। ਇਸ ਉਪ ਸ਼ਾਖਾ ਦੇ ਅਧੀਨ ਧਰਤੀ ਦੇ ਆਕਾਰ ਦਾ ਅਧਿਐਨ ਕੀਤਾ ਜਾਂਦਾ ਹੈ। ਸਮੁੰਦਰ ਵਿਗਿਆਨ, ਇਸ ਵਿੱਚ ਮਹਾਸਾਗਰੀ ਪਾਣੀ ਦੇ ਭੌਤਿਕ, ਰਸਾਇਣਕ ਅਤੇ ਜੈਵਿਕ ਗੁਣਾਂ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਨਾਲ ਹੀ ਉਹਨਾਂ ਦੀ ਉਤਪੱਤੀ, ਤਲ ਸੰਰਚਨਾ, ਤਰੰਗਾਂ ਅਤੇ ਜਵਾਰ ਭਾਟੇ ਦਾ ਵੀ ਅਧਿਐਨ ਕੀਤਾ ਜਾਂਦਾ ਹੈ। ਅੱਗੇ ਆਉਂਦਾ ਜੀ ਭੂ ਵਿਗਿਆਨ। ਇਸ ਦੇ ਅੰਤਰਗਤ ਸੈੱਲਾਂ, ਜੀਵ ਅੰਸ਼ਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਨੂੰ ਭੂ-ਗਰਭ ਸ਼ਾਸਤਰ ਵੀ ਕਿਹਾ ਜਾਂਦਾ ਹੈ। ਅੱਗੇ ਆਉਂਦਾ ਜੀ ਭੂ ਆਕ੍ਰਿਤੀ ਵਿਗਿਆਨ। ਤਾਂ ਸਾਰੇ ਆਪਣੇ ਆਪ ਵਿੱਚ ਇਹ ਕੁਐਸਚਨ ਨੇਗੇ। ਇਸ ਦੇ ਅੰਤਰਗਤ ਧਰਾਤਲ ਉੱਤੇ ਮਿਲਣ ਵਾਲੀਆਂ ਭੂ ਆਕ੍ਰਿਤੀਆਂ ਅਤੇ ਉਹਨਾਂ ਦੀ ਉਤਪੱਤੀ ਵਿੱਚ ਸਹਾਇਕ ਤੱਤਾਂ, ਬਲਾਂ ਅਤੇ ਉਹਨਾਂ ਦੇ ਵਿਕਾਸ ਦਾ ਅਧਿਐਨ ਕੀਤਾ ਜਾਂਦਾ ਹੈ। ਅੱਗੇ ਆਉਂਦਾ ਜੀ ਮਿਸ਼ਰਤ ਭੌਤਿਕ ਭੂਗੋਲ। ਇਸ ਦੇ ਅੰਤਰਗਤ ਧਰਤੀ ਉੱਤੇ ਨਦੀ, ਪਰਬਤ, ਪਠਾਰ ਆਦਿ ਭੂਗੋਲਿਕ ਲੱਛਣਾਂ ਦੀ ਉਤਪੱਤੀ, ਭੂ ਰਸਾਇਣਕ ਵਿਧੀਆਂ, ਸਮਾਜਿਕ ਆਵਰਤਨ ਅਤੇ ਪ੍ਰਦੇਸ਼ਕ ਵਿਭਿੰਨਤਾਵਾਂ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ। ਅੱਗੇ ਆਉਂਦਾ ਜੀ ਜਲ ਵਿਗਿਆਨ। ਜਲ ਵਿਗਿਆਨ ਦੇ ਅੰਤਰਗਤ ਧਰਾਤਲ ਦੇ ਪ੍ਰਮੁੱਖ ਜਲ ਖੇਤਰ ਜਿਵੇਂ ਨਦੀਆਂ, ਸਾਗਰ, ਮਹਾਸਾਗਰ ਅਤੇ ਭੂਮੀਗਤ ਜਲ ਦੀ ਸਥਿਤੀ, ਸਰੂਪ ਅਤੇ ਪ੍ਰਮੁੱਖ ਗਤੀਵਿਧੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਅੱਗੇ ਆਉਂਦਾ ਜਲਵਾਯੂ ਵਿਗਿਆਨ। ਇਹ ਭੌਤਿਕ ਭੂਗੋਲ ਤੋਂ ਵਿਕਸਿਤ ਉਪ ਸ਼ਾਖਾ ਹੈ ਜਿਹਦੇ ਵਿੱਚ
ਮੌਸਮ, ਬੱਦਲ, ਵਰਖਾ, ਚੱਕਰਵਾਤ, ਪ੍ਰਤੀ ਚੱਕਰਵਾਤ, ਪੌਣ ਸਥਿਤੀ, ਵਿਸ਼ਵ ਦੇ ਜਲਵਾਯੂ ਪ੍ਰਦੇਸ਼ਾਂ ਅਤੇ ਵਾਯੂਮੰਡਲ ਵਿੱਚ ਹੋਣ ਵਾਲੇ ਵਿਭਿੰਨ ਪਰਿਵਰਤਨਾਂ ਦਾ ਅਧਿਐਨ ਕੀਤਾ ਜਾਂਦਾ ਹੈ। ਅੱਗੇ ਆਉਂਦਾ ਜੀ ਗਲੇਸ਼ੀਅਰ ਵਿਗਿਆਨ। ਗਲੇਸ਼ੀਅਰ ਵਿਗਿਆਨ ਵਿੱਚ ਗਲੇਸ਼ੀਅਰ ਦੀ ਉਤਪੱਤੀ, ਆਕਾਰ, ਪ੍ਰਕਾਰ, ਸਰੂਪ, ਗਤੀ, ਅਪਰਦਨ ਕਿਰਿਆ ਅਤੇ ਉਹਨਾਂ ਤੋਂ ਨਿਰਮਿਤ ਆਕ੍ਰਿਤੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਸੋ ਅਗਲੀ ਜਾਣਕਾਰੀ ਅਸੀਂ ਤੁਹਾਨੂੰ ਅਗਲੇ ਲੈਕਚਰ ਦੇ ਵਿੱਚ ਪ੍ਰੋਵਾਈਡ ਕਰਾਂਗੇ। ਸੋ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ YouTube ਦੀ ਸਮੇਂ ਸਿਰ ਅਪਡੇਟ ਕਰਦੀ ਰਹਿੰਦੀ ਹੈ। ਜੋ ਵੀ ਅਸੀਂ ਵੀਡੀਓ ਜ਼ਿਆਦਾ ਦੇਖਦੇ ਹਾਂ, ਜੋ ਵੀ ਚੈਨਲ ਨੂੰ ਅਸੀਂ ਫੋਲੋ ਕਰਦੇ ਹਾਂ, ਉਸ ਦੀਆਂ ਵੀਡੀਓ YouTube ਹੈ ਜਿਹੜਾ ਉਹ ਦਿਖਾਉਣ ਲੱਗ ਚੁੱਕਿਆ। ਅਗਰ ਤੁਸੀਂ ਨਿਊਜ਼ ਦੇਖਦੇ ਹੋ ਤਾਂ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਜ਼ਿਆਦਾ ਦਿਖਾਇਆ ਜਾਏਗਾ। ਸੋ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ। ਧੰਨਵਾਦ ਜੀ।